ਸੋ ਸਤਿ ਸ਼੍ਰੀ ਅਕਾਲ ਜੀ। ਸੋ ਮੇਰਾ ਨਾਮ ਹੈ ਬੇਅੰਤ ਸਿੰਘ। ਤਾਂ ਸੋ ਅੱਜ ਆਪਾਂ ਜੋ ਚੈਪਟਰ ਹੈ ਆਪਾਂ ਬੇਸਿਕਲੀ ਅੱਜ 10th ਕਲਾਸ ਦਾ ਜੋ ਚੈਪਟਰ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ 10th ਕਲਾਸ ਦੇ ਵਿੱਚ ਪਹਿਲਾ ਚੈਪਟਰ ਆਪਣਾ ਕੀ ਹੈ, ਰੀਅਲ ਨੰਬਰਸ ਬਾਰੇ ਪੜ੍ਹਨਾ ਆਪਾਂ ਨੇ NCERT ਦੀ ਬੁੱਕ। ਠੀਕ ਹੈ, ਤਾਂ ਅੱਜ ਆਪਾਂ ਸ਼ੁਰੂ ਕਰਾਂਗੇ 10th ਕਲਾਸ ਦਾ ਪਹਿਲਾ ਚੈਪਟਰ ਹੈ ਜੋ NCERT ਦਾ ਰੀਅਲ ਨੰਬਰਸ। ਰੀਅਲ ਨੰਬਰ ਦੇ ਬਾਰੇ ਪਹਿਲਾਂ ਆਪਾਂ ਨੰਬਰਸ ਬਾਰੇ ਜਾਣਕਾਰੀ ਲਵਾਂਗੇ ਕਿ ਨੰਬਰਸ ਕੀ ਹੁੰਦੇ ਆ, ਫਿਰ ਨੰਬਰਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਹੈ ਜੋ ਉਹ ਸ਼ੁਰੂ ਕਰਾਂਗੇ। ਇਟ ਮੀਨ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਪਹਿਲਾਂ ਨੰਬਰਸ ਬਾਰੇ ਜਾਣਕਾਰੀ ਲਵਾਂਗੇ, ਫਿਰ ਆਪਾਂ ਉਸਦੇ ਜੋ ਸਟੈਪਸ ਨੇ, ਜੋ ਐਕਸਰਸਾਈਜ਼ਸ ਨੇ, ਫਿਰ ਆਪਾਂ ਉਹ ਸ਼ੁਰੂ ਕਰਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਰੀਅਲ ਨੰਬਰ ਬਾਰੇ ਪਤਾ ਕਰਦੇ ਹਾਂ ਕਿ ਨੰਬਰਸ ਕੀ ਹੁੰਦੇ ਆ। ਹੁਣ ਨੰਬਰਸ ਹੁੰਦੇ ਕੀ ਆ, ਦੇਖੋ ਬੇਸਿਕਲੀ ਤੁਸੀਂ 9th ਦੇ ਵਿੱਚ 8th ਦੇ ਵਿੱਚ ਪੜ੍ਹਿਆ ਹੋਊਗਾ ਕਿ ਨੰਬਰਸ ਕੀ ਹੁੰਦੇ ਆ। ਹੁਣ ਨੰਬਰ ਦੀਆਂ ਕੈਟਾਗਰੀਆਂ ਅਲੱਗ-ਅਲੱਗ ਕੈਟਾਗਰੀਆਂ ਦੇ ਨਾਲ ਰੱਖਿਆ ਜਾਂਦਾ ਨੰਬਰ। ਬੇਸਿਕਲੀ ਜੇ ਦੇਖਿਆ ਜਾਵੇ ਆਪਣੇ ਕੋਲੇ ਨੰਬਰ ਬਹੁਤ ਪ੍ਰਕਾਰ ਦੇ ਹੁੰਦੇ ਆ, 1 ਡਿਜਿਟ, 2 ਡਿਜਿਟ, 3 ਡਿਜਿਟ, 4 ਡਿਜਿਟ, 5 ਡਿਜਿਟ, 6 ਐਂਡ ਸੋ ਔਨ, ਬਹੁਤ ਸਾਰੇ ਉਹਨਾਂ ਕੀ ਨੰਬਰਸ ਹੁੰਦੇ ਆ। ਤਾਂ ਬੇਸਿਕਲੀ ਆਪਾਂ ਨੰਬਰ ਨੂੰ, ਰੀਅਲ ਨੰਬਰ ਨੂੰ ਆਪਾਂ ਪਾਰਟ ਕਰ ਲੈਂਦੇ ਹਾਂ। ਆਪਾਂ ਕੀ ਕਰਦੇ ਹਾਂ, ਇਹਦੇ ਦੋ ਕੈਟਾਗਰੀਆਂ ਬਣਾ ਲੈਂਦੇ ਹਾਂ। ਆਪਾਂ ਨੇ ਕੀ ਕੀਤਾ, ਇੱਕ ਕੈਟਾਗਰੀ 'ਚ ਆਪਾਂ ਡੈਸੀਮਲ, ਨੌਨ ਡੈਸੀਮਲ ਨੰਬਰ ਰੱਖ ਦਿੰਦੇ ਹਾਂ। ਇੱਕ ਕੈਟਾਗਰੀ ਇੱਦਾਂ ਲੈ ਲਈ ਜਿਹਦੇ ਵਿੱਚ ਨੌਨ ਡੈਸੀਮਲ ਨੰਬਰ ਨੇ, ਅਤੇ ਇੱਕ ਕੈਟਾਗਰੀ ਇੱਦਾਂ ਦੀ ਲੈ ਲਈ ਜਿਹਦੇ ਵਿੱਚ ਡੈਸੀਮਲ ਨੰਬਰ ਰੱਖਦੇ, ਮਤਲਬ ਕਿ ਜਿਨ੍ਹਾਂ ਦੇ ਵਿੱਚ ਪੁਆਇੰਟਾਂ ਵਾਲੇ ਨੰਬਰ ਰੱਖਤੇ ਉਹ ਅਲੱਗ ਰੱਖ ਲਏ, ਅਤੇ ਨੌਨ ਡੈਸੀਮਲ ਉਹ ਨੰਬਰ ਲੈ ਲਏ ਜਿਨ੍ਹਾਂ ਦੇ ਵਿੱਚ ਮਤਲਬ ਕਿ ਕੋਈ ਪੁਆਇੰਟ ਵਾਲਾ ਨੰਬਰ ਹੀ ਨਹੀਂ ਹੋਊਗਾ। ਆਪਾਂ ਨੇ ਕੀ ਕੀਤਾ, ਇਸ ਦੇ ਵਿੱਚ ਮੈंने ਕੈਟਾਗਰੀਆਂ ਵੰਡਤੀਆਂ। ਇਹਦੇ ਵਿੱਚ ਮੈंने ਕੀ ਰੱਖਿਆ, ਪਹਿਲੀ ਕੈਟਾਗਰੀ ਆਪਾਂ ਕੀ ਲੈਣੇ ਹੁੰਦੇ ਆ, ਨੈਚੁਰਲ ਨੰਬਰ ਲੈਣੇ ਹੁੰਦੇ ਆ। ਫਿਰ ਦੂਸਰੀ 'ਚ ਆਪਾਂ ਕੀ ਮੰਨਦੇ ਹੁੰਦੇ ਆ, ਹੋਲ ਨੰਬਰ। ਫਿਰ ਥਰਡ ਕੈਟਾਗਰੀ ਆ ਜਾਂਦੀ ਹੈ ਨੈਚੁਰਲ ਨੰਬਰ। ਤੁਹਾਨੂੰ ਪੜ੍ਹਿਆ ਹੋਊਗਾ ਕਿ ਉਹ ਨੰਬਰ ਜੋ 1 ਤੋਂ ਸ਼ੁਰੂ ਹੁੰਦੇ ਆ ਅਤੇ ਐਂਡ ਸੌਨ ਚੱਲਦੇ ਰਹਿੰਦੇ ਆ ਇਨਫਾਈਨਾਈਟ ਪੋਜੀਸ਼ਨ ਤੱਕ। ਠੀਕ ਹੈ, ਇਹ ਤੁਹਾਨੂੰ ਪੜ੍ਹਿਆ ਹੋਊਗਾ। ਪਰ ਹੋਲ ਨੰਬਰ ਦੇ ਵਿੱਚ ਤੁਸੀਂ ਇਹ ਪੜ੍ਹਿਆ ਕਿ ਉਹ 0 ਤੋਂ ਸ਼ੁਰੂ ਹੋ ਕੇ ਇਨਫਿਨਿਟੀ ਤੱਕ ਚੱਲਦੇ ਆ, 0 ਤੋਂ ਸ਼ੁਰੂ ਹੋ ਕੇ ਇਨਫਿਨਿਟੀ ਤੱਕ ਚੱਲਦੇ ਆ। ਹੁਣ ਜੇ ਦੇਖਿਆ ਜਾਵੇ ਇਹ ਕਿਹੜੇ ਨੰਬਰ ਹੋਣਗੇ, ਨੌਨ ਡੈਸੀਮਲ ਹੋਣਗੇ। ਇਟ ਮੀਨ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਵਿੱਚ ਕੋਈ ਵੀ ਨੰਬਰ ਇੱਦਾਂ ਦਾ ਨਹੀਂ ਹੋਊਗਾ ਜਿਹਦੇ ਵਿੱਚ ਕੋਈ ਆਪਾਂ ਪੁਆਇੰਟ ਲਾ ਦਾਂਗੇ। ਜੇ ਮੈਂ ਕਹਾਂ ਵੀ 3.5 ਹੈ ਕਿ ਇਹਦੇ ਵਿੱਚ ਆਊਗਾ, ਤਾਂ ਆਪਾਂ ਕਹਾਂਗੇ ਨਹੀਂ ਆਉਂਦਾ, ਕਿਉਂਕਿ ਡੈਸੀਮਲ ਤਾਂ ਹੈ ਹੀ ਨਹੀਂ, ਇਹ ਪਰਫੈਕਟ ਵੈਲਿਊ ਹੈ ਇਹਦੀ। ਜੇ 7 ਲਿਖੂੰਗਾ ਤਾਂ 7 ਨਹੀਂ ਆਊਗਾ, 7.2 ਨਹੀਂ ਆਉਂਦਾ। ਤਾਂ ਦੂਜੇ ਦੇ ਵਿੱਚ ਹੋਲ ਨੰਬਰ 'ਚ ਆਪਾਂ ਨੂੰ ਕੀ ਲੈਣੀ ਪੈਂਦੀ ਹੈ, 0 ਲੈਣੀ ਪੈਂਦੀ ਹੈ। ਤਾਂ 0 ਕੀ ਹੈ, ਇੰਡੀਆ ਦਾ ਸਾਇੰਟਿਸਟ ਸੀ ਇੱਕ ਬ੍ਰਹਮਗੁਪਤ, ਉਹਨੇ ਕੀ ਹੈ ਡਿਫਾਈਨ ਕੀਤੀ ਸੀ। ਵੈਸੇ ਹੋਰ ਵੀ ਬਹੁਤ ਸਾਇੰਟਿਸਟ ਸੀ 0 ਪਿੱਛੇ। 3 ਦੇ ਵਿੱਚੋਂ 2 ਆਪਾਂ ਮਾਈਨਸ ਕਰਦੇ ਹਾਂ ਤਾਂ 1 ਆਉਂਦਾ। 2 ਵਿੱਚੋਂ ਆਪਾਂ 1 ਮਾਈਨਸ ਕਰਦੇ ਹਾਂ ਤਾਂ 1 ਆਉਂਦਾ। ਤਾਂ 1 ਨੂੰ ਮੈਂ ਕਿਸ 'ਚੋਂ ਮਾਈਨਸ ਕਰਾਂ ਕਿ 1 ਆ ਜੇ, ਤਾਂ ਕੀ ਆਊਗਾ, 0 ਆਊਗਾ। 1 'ਚੋਂ 0 ਮਾਈਨਸ ਕਰਕੇ ਕੀ ਆਉਂਦਾ ਹੁੰਦਾ, 1 ਆਉਂਦਾ ਹੁੰਦਾ, ਤਾਂ ਆਪਾਂ 0 ਰੱਖੀਏ। ਇੰਟੀਜ਼ਰ, ਇੰਟੀਜ਼ਰ ਜਾਂ ਇਹਨੂੰ Z ਨਾਲ ਵੀ ਰਿਪਰਜੈਂਟ ਕਰ ਦਿੰਦੇ ਆ। ਇੰਟੀਜ਼ਰ ਕਿਹੜੇ ਨੰਬਰ ਹੁੰਦੇ ਆ, ਇੱਦਾਂ ਦੇ ਨੰਬਰ ਹੁੰਦੇ ਆ ਜਿਹਦੇ ਵਿੱਚੋਂ ਆਪਾਂ 0 ਲੈਂਦੇ ਆ ਅਤੇ ਇਸ ਸਾਈਡ ਸਾਰੇ ਪੋਜ਼ਿਟਿਵ ਨੰਬਰ ਆ ਜਾਂਦੇ ਆ ਅਤੇ ਇਸ ਸਾਈਡ ਸਾਰੇ ਕੀ ਆ ਜਾਂਦੇ ਆ, ਨੈਗੇਟਿਵ ਨੰਬਰ ਆ ਜਾਂਦੇ ਆ। ਸੈਂਟਰ 'ਤੇ ਕੀ ਹੋ ਜਾਂਦੀ ਹੈ, 0 ਹੋ ਜਾਂਦੀ ਹੈ। ਹੁਣ ਜੇ ਦੇਖਿਆ ਜਾਵੇ ਪੋਜ਼ਿਟਿਵ ਦੇ ਵਿੱਚ ਮੈंने 1 ਲੈ ਲਿਆ, 2 3 4 5, ਇੱਧਰ ਮੈਂ -1 -2 -3, ਯਾਨੀ ਕਿ ਨੈਗੇਟਿਵ ਨੰਬਰ ਲੈ ਲਏ, ਉੱਧਰ ਪੋਜ਼ਿਟਿਵ ਨੰਬਰ ਲੈ ਲਏ। ਜੇ ਮੈਂ ਨੈਗੇਟਿਵ ਦੇ ਵਿੱਚ ਪੋਜ਼ਿਟਿਵ ਨੰਬਰ ਜੋੜੂੰਗਾ ਤਾਂ ਮੈਨੂੰ ਕੀ ਮਿਲੂਗਾ, 0 ਮਿਲੂਗਾ। -1 ਵਿੱਚ 1 ਜੋੜੂੰਗਾ ਤਾਂ 0, 2 ਵਿੱਚ 2 ਜੋੜੂੰਗਾ ਤਾਂ ਕਿੰਨਾ ਆਊਗਾ, 1 ਆਊਗਾ। ਉੱਦਾਂ ਹੀ 3 ਵਿੱਚ 3 ਪਲੱਸ ਕਰੂੰਗਾ ਤਾਂ ਕਿੰਨਾ ਆਊਗਾ ਮੇਰੇ ਕੋਲ, 0 ਆਊਗਾ। ਪਰ ਇਹ ਗੱਲ ਯਾਦ ਰੱਖਣੀ ਹੈ, 0 ਨਾ ਹੀ ਪੋਜ਼ਿਟਿਵ ਇੰਟੀਜ਼ਰ ਹੈ ਅਤੇ 0 ਨਾ ਹੀ ਕੀ ਹੈ, ਨੈਗੇਟਿਵ ਇੰਟੀਜ਼ਰ ਹੈ। ਤਾਂ 0 ਕੀ ਹੈ, ਇੱਕ ਹੋਲ ਨੰਬਰ ਹੀ ਆ, ਬਟ ਆਪਾਂ ਇੰਟੀਜ਼ਰ ਵਿੱਚ ਲਵਾਂਗੇ, ਪਰ ਨਾ ਪੋਜ਼ਿਟਿਵ ਇੰਟੀਜ਼ਰ ਹੈ ਇਹ ਅਤੇ ਨਾ ਹੀ ਨੈਗੇਟਿਵ ਇੰਟੀਜ਼ਰ ਹੈ। ਤਾਂ ਇਹ ਗੱਲ ਆ ਗਈ ਜਿਨ੍ਹਾਂ ਦੇ ਵਿੱਚ ਕੋਈ ਵੀ ਡੈਸੀਮਲ ਨਹੀਂ ਹੁੰਦਾ। ਇੱਕ ਗੱਲ ਇਹ ਆ ਗਈ ਜਿਨ੍ਹਾਂ ਦੇ ਵਿੱਚ ਡੈਸੀਮਲ ਆਉਂਦਾ ਹੈ। ਡੈਸੀਮਲ ਆਉਂਦਾ ਦੋ ਕੈਟਾਗਰੀਆਂ ਦੇ ਨਾਲ। ਜਾਂ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਨੰਬਰ ਕਿਹੜੇ ਹੋਣਗੇ, ਟਰਮੀਨੇਟਿੰਗ ਨੰਬਰ ਹੋਣਗੇ, ਜਾਂ ਫਿਰ ਨੌਨ ਟਰਮੀਨੇਟਿੰਗ ਨੰਬਰ ਹੋਣਗੇ। ਟਰਮੀਨੇਟਿੰਗ, ਨੌਨ ਟਰਮੀਨੇਟਿੰਗ। ਟਰਮੀਨੇਟਿੰਗ, ਨੌਨ ਟਰਮੀਨੇਟਿੰਗ ਕੀ ਹੁੰਦਾ ਵੀ ਬਿਲਕੁਲ ਸੌਖਾ ਜਿਹਾ ਕੰਸੈਪਟ ਹੈ ਟਰਮੀਨੇਟਿੰਗ, ਨੌਨ ਟਰਮੀਨੇਟਿੰਗ ਦਾ। ਉਹ ਨੰਬਰ ਜਿਨ੍ਹਾਂ ਦੀ ਡਿਵਾਈਡ ਪੋਸੀਬਲ ਹੋ ਜੇ। ਮੰਨ ਲਓ ਮੈਨੂੰ ਡਿਵਾਈਡ ਕਰ ਰਿਹਾ, ਬੇਸ਼ੱਕ ਉਹਦੇ ਪੁਆਇੰਟ ਲੱਗ ਗਿਆ ਪਰ ਉਹ ਡਿਵਾਈਡ ਕਿਤੇ ਹੋਊਗੀ, ਤਾਂ ਉਹ ਟਰਮੀਨੇਟਿੰਗ ਹੈ। ਨੌਨ ਟਰਮੀਨੇਟਿੰਗ ਉਹ ਆ ਗਿਆ ਜਿਹਦੇ ਵਿੱਚ ਪੁਆਇੰਟ ਤਾਂ ਲੱਗਦਾ ਪਰ ਉਹਦੀ ਡਿਵਾਈਡ ਪੋਸੀਬਲ ਨਹੀਂ ਹੋਈ। ਠੀਕ ਹੈ, ਤਾਂ ਬੇਸਿਕਲੀ
ਜਿਹਦੇ ਵਿੱਚ ਆਪਣਾ ਰਿਮਾਈਂਡਰ ਕੀ ਆ ਜਾਂਦਾ 0, ਉਹ ਟਰਮੀਨੇਟਿੰਗ ਹੋ ਜਾਂਦਾ। ਨੋਨ ਟਰਮੀਨੇਟਿੰਗ ਉਹ ਆਊਗਾ ਜਿਹਦੇ ਵਿੱਚ ਰਿਮਾਈਂਡਰ ਕੀ ਨਹੀਂ ਆਉਂਦਾ, ਆਪਣਾ 0 ਨਹੀਂ ਆਉਂਦਾ। ਠੀਕ ਹੈ, ਜਿਵੇਂ ਕਿ ਫੋਰ ਐਨ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਜੇ ਮੈਂ ਤੁਹਾਨੂੰ ਕਹਾਂ 3 ਨੂੰ 2 ਤੇ ਡਿਵਾਈਡ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ, ਇਹਨੂੰ ਡਿਵਾਈਡ ਕਰ ਦੋਗੇ, ਕਿੰਨਾ ਬਚ ਗਿਆ 1, ਤਾਂ ਆਪਾਂ ਪੁਆਇੰਟ ਲਾ ਲੈਣੇ ਹੁਣ, ਤਾਂ 0 ਆ ਗਿਆ, ਤਾਂ ਕਿੰਨੇ ਤੇ ਗਿਆ 5 ਤੇ, ਕਿੰਨਾ ਰਿਮਾਈਂਡਰ ਆ ਗਿਆ 0, ਤਾਂ ਕਿਹੜਾ ਨੰਬਰ ਹੋ ਗਿਆ ਇਹ 3 ਟਰਮੀਨੇਟਿੰਗ ਨੰਬਰ ਹੋ ਗਿਆ। ਕਿਉਂਕਿ ਉਹਦੀ ਡਿਵਾਈਡ ਪੋਸੀਬਲ ਹੋ ਗਈ, ਬਟ ਨੰਬਰ ਕਿਹੜਾ ਇਹ ਡੈਸੀਮਲ, ਤਾਂ ਆਪਾਂ ਡੈਸੀਮਲ ਦੀ ਕੈਟਾਗਰੀ ਪੜ੍ਹ ਰਹੇ ਹਾਂ। ਡੈਸੀਮਲ ਦੀ ਇੱਦਾਂ ਦੀ ਕੈਟਾਗਰੀ ਜਿਹਦੇ ਵਿੱਚ ਡਿਵਾਈਡ ਪੋਸੀਬਲ ਹੈ, ਰਿਮਾਈਂਡਰ 0 ਆ, ਉਹ ਟਰਮੀਨੇਟਿੰਗ ਨੰਬਰ ਹੈ। ਇੱਕ ਇੱਦਾਂ ਦਾ ਨੰਬਰ ਜਿਹੜਾ ਟਰਮੀਨੇਟਿੰਗ ਹੈ ਹੀ ਨਹੀਂ। ਠੀਕ ਹੈ, ਤੁਸੀਂ ਡਿਵਾਈਡ ਕਰ ਲਓ 1 ਨੂੰ 3 ਤੇ ਡਿਵਾਈਡ ਕਰ ਲਓ ਤਾਂ ਕਿੰਨਾ ਆਊਗਾ 0। ਪਹਿਲਾਂ ਕਿੰਨੇ ਤੇ ਜਾਊਗਾ ਦੇਖੋ, 3 1 ਦਾ 1 ਨਹੀਂ ਹੁੰਦਾ ਤਾਂ ਕਿੰਨੇ ਤੇ ਗਿਆ ਇਹ 0 ਤੇ ਗਿਆ, 1 ਆ ਗਿਆ, ਫਿਰ ਪੁਆਇੰਟ ਲਾ ਲਓ 0 3। ਹੁਣ ਦੇਖੋ ਇਹ ਐਦਾਂ ਹੀ ਰਿਪੀਟ ਹੋਈ ਜਾਊਗਾ, ਤਾਂ ਇਹ ਕਿਹੜਾ ਨੰਬਰ ਹੈ, ਨੋਨ ਟਰਮੀਨੇਟਿੰਗ ਨੰਬਰ ਹੈ। ਜਦੋਂ ਮੈਂ 1 ਨੂੰ ਕਿਤੇ ਡਿਵਾਈਡ ਕਰੂੰਗਾ 3 ਤੇ, ਮਤਲਬ ਕਿ 1/3 ਨੰਬਰ ਕਿਹੜਾ ਹੋ ਗਿਆ, ਫਿਰ ਨੋਨ ਟਰਮੀਨੇਟਿੰਗ ਹੋ ਗਿਆ। ਪਰ 2/2 3/2 3/2 ਨੰਬਰ ਕਿਹੜਾ ਹੋ ਗਿਆ ਆਪਣੇ ਕੋਲੇ, 3/2, 3 ਉੱਪਰ 2 ਨੀਚੇ, ਕਿਉਂਕਿ ਇਹ ਡਿਵੀਡੈਂਡ ਹੈ, ਕੀ ਹੈ ਡਿਵਾਈਜ਼ਰ ਹੈ, ਡਿਵਾਈਜ਼ਰ ਨੀਚੇ ਹੁੰਦਾ ਹੈ। 3/2 ਕਿਹੜਾ ਨੰਬਰ ਬਣ ਗਿਆ ਟਰਮੀਨੇਟਿੰਗ, ਕਿਉਂਕਿ ਇਹਦਾ ਰਿਮਾਈਂਡਰ 0 ਆ ਗਿਆ, ਇਹਨੂੰ ਇਹ ਤੇ ਡਿਵਾਈਡ ਹੋਈ ਹੀ ਨਹੀਂ, ਤਾਂ ਅੱਗੇ ਚੱਲੀ ਜਾਂਦਾ, ਤਾਂ ਕਿਹੜਾ ਆ ਗਿਆ ਇਹ ਨੋਨ ਟਰਮੀਨੇਟਿੰਗ ਨੰਬਰ ਆ ਗਿਆ। ਠੀਕ ਹੈ, ਇਹ ਕਨਸੈਪਟ ਪਹਿਲਾ ਟਰਮੀਨੇਟਿੰਗ ਨੋਨ ਟਰਮੀਨੇਟਿੰਗ। ਇੱਕ ਕਨਸੈਪਟ ਹੋਰ ਵੀ ਆਇਆ ਇਹਦਾ ਟਰਮੀਨੇਟਿੰਗ ਨੋਨ ਟਰਮੀਨੇਟਿੰਗ ਦਾ, ਮੈਂ ਤੁਹਾਨੂੰ ਉਹ ਵੀ ਦੱਸਦਾ। ਠੀਕ ਹੈ, ਤਾਂ ਦੇਖੋ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕਿਸੇ ਡਿਨੋਮੀਨੇਟਰ ਅਤੇ ਡਿਨੋਮੀਨੇਟਰ ਦੇ ਵਿੱਚ, ਜੇ ਡਿਨੋਮੀਨੇਟਰ 2 ਤੇ 5 ਦੇ ਫੈਕਟਰ ਦੇ ਵਿੱਚ ਆਉਂਦਾ ਹੈ, ਡਿਨੋਮੀਨੇਟਰ ਕੁਛ ਵੀ ਆਈ ਚੱਲੇ, ਡਿਨੋਮੀਨੇਟਰ 2 ਤੇ 5 ਦੇ ਫੈਕਟਰ 'ਚ ਆਉਂਦਾ ਤਾਂ ਟਰਮੀਨੇਟਿੰਗ ਹੁੰਦਾ ਹੈ। ਪਰ ਇੱਧਰ ਜੇ ਡਿਨੋਮੀਨੇਟਰ 2 ਤੇ 5 'ਚ ਨਹੀਂ ਆਉਂਦਾ ਤਾਂ ਉਹ ਕਿਹੜਾ ਹੁੰਦਾ, ਨੋਨ ਟਰਮੀਨੇਟਿੰਗ ਹੁੰਦਾ। ਕਿਉਂਕਿ ਜਦੋਂ 2 ਤੇ 5 'ਚ ਆਊਗਾ ਇਟ ਮੀਨਸ ਉਹਦੀ ਕੋਈ ਪੋਸੀਬਲ ਡਿਵਾਈਡ ਹੈ ਹੀ ਨਹੀਂ, ਕਿਉਂਕਿ ਉਹ ਡਿਵਾਈਡ ਹੀ ਨਹੀਂ ਕਰਨਾ, 2 ਤੇ 5 ਹੀ ਡਿਵਾਈਡ ਕਰੂਗਾ। ਕਿਵੇਂ ਡਿਵਾਈਡ ਕਰੂਗਾ, ਕਿਉਂਕਿ 2 ਤੇ 5 ਆਲਵੇਜ਼ ਕਿੰਨਾ ਬਣਾਉਂਦਾ ਹੈ, 10 ਬਣਾਉਂਦਾ ਹੈ। ਜਦੋਂ 2 ਤੇ 5 10 ਬਣਾਉਂਦਾ ਤਾਂ ਈਜ਼ੀਲੀ ਆਪਾਂ ਇਹਨੂੰ ਕਿੰਨਾ ਲਿਖ ਸਕਦੇ ਹਾਂ, 0.3 ਲਿਖ ਸਕਦੇ ਹਾਂ। ਕੋਈ ਵੀ ਨੰਬਰ ਹੈ 2 ਤੇ 3, ਜਦੋਂ 2 ਤੇ 5 ਦਾ ਫੈਕਟਰ ਬਣ ਗਿਆ ਇਟ ਮੀਨ ਉਹ 10 ਬਣਾ ਦੂਗਾ। ਜੇ 10 ਬਣ ਗਿਆ ਤਾਂ ਕੀ ਹੋ ਜੂ, ਉਹਦੀ ਡਿਵਾਈਡ ਪੋਸੀਬਲ ਹੋ ਜੂ। ਇੱਥੇ 2 ਤੇ 3 ਨਹੀਂ, 2 ਤੇ 5 ਨਹੀਂ ਆਉਂਦਾ, ਕਿ ਉਹ ਹੋਰ ਨੰਬਰ ਆ ਜਾਂਦਾ ਉਹਦੇ ਨਾਲ, ਇਹ ਨੋਨ ਟਰਮੀਨੇਟਿੰਗ ਹੋ ਜਾਂਦਾ। ਤਾਂ ਇਹਦੇ ਆਪਾਂ ਸਮ ਕਰਾਂਗੇ 1.4 ਐਕਸਰਸਾਈਜ਼ ਹੈ ਜੋ ਟਰਮੀਨੇਟਿੰਗ ਨੋਨ ਟਰਮੀਨੇਟਿੰਗ ਦੀ, ਉਹਦੇ ਵਿੱਚ ਆਪਾਂ ਹੋਰ ਵੀ ਡਿਟੇਲ 'ਚ ਕਰਾਂਗੇ। ਠੀਕ ਹੈ, ਤਾਂ ਯਾਦ ਰੱਖਣਾ ਕਨਸੈਪਟ ਤੁਹਾਨੂੰ। ਇਸ ਤੋਂ ਬਾਅਦ ਹੁਣ ਦੇਖੋ ਆਪਾਂ ਡੈਸੀਮਲ ਨੰਬਰ 2 ਪ੍ਰਕਾਰ ਦੇ ਪੜ੍ਹੇ, ਜਿਹਦੇ ਵਿੱਚ ਡਿਵਾਈਡ ਪੋਸੀਬਲ ਹੋ ਗਈ, ਇੱਕ ਇੱਦਾਂ ਦੇ ਆ ਗਏ ਜਿਹਦੇ ਵਿੱਚ ਡਿਵਾਈਡ ਪੋਸੀਬਲ ਨਹੀਂ ਹੋਈ। ਪਰ ਹੁਣ ਜੇ ਦੇਖਿਆ ਜਾਵੇ ਇਹਦੇ ਵਿੱਚ ਵੀ 2 ਕੇਸ ਹੋਰ ਨਿਕਲਦੇ ਆ, 2 ਕੇਸ ਇਹਦੇ ਵਿੱਚ ਹੋਰ ਆਉਂਦੇ ਆ। ਕਿਹੜੇ ਕੇਸ ਆਉਂਦੇ ਆ, ਇੱਕ ਐਦਾਂ ਦੇ ਨੰਬਰ ਆ ਜਾਂਦੇ ਆ ਜਿਹਦੇ ਵਿੱਚ ਰਿਪੀਟਿੰਗ ਚੱਲੀ ਜਾਂਦਾ ਡੈਸੀਮਲ, ਰਿਪੀਟਿੰਗ ਚੱਲੀ ਜਾਂਦਾ ਡੈਸੀਮਲ। ਇੱਕ ਐਦਾਂ ਦਾ ਕੇਸ ਆ ਜਾਂਦਾ ਜਿਹਦੇ ਵਿੱਚ ਨੋਨ ਰਿਪੀਟਿੰਗ ਹੁੰਦਾ। ਠੀਕ ਹੈ, ਰਿਪੀਟਿੰਗ ਆ ਜਾਂਦਾ ਜਾਂ ਫਿਰ ਨੋਨ ਰਿਪੀਟਿੰਗ ਆ ਜਾਂਦਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਇਹਦੇ ਵਿੱਚ ਵੀ ਰਿਪੀਟਿੰਗ ਆ ਗਿਆ। ਜੇ ਰਿਪੀਟਿੰਗ ਆ ਗਿਆ ਤਾਂ ਇਟ ਮੀਨਸ 3 ਪੁਆਇੰਟ ਦੇਖੋ 999 ਵਾਲੀ ਕੇਸ ਲੈ ਕੇ ਚੱਲ ਪਓ, ਜਾਂ 3.42 42 42 42 ਇੱਦਾਂ ਦੇ ਕੇਸ ਲੈ ਕੇ ਚੱਲੋ, 3.7777 3 ਦੇ ਪੇਅਰ ਲੈ ਕੇ ਚੱਲ ਪਿਆ ਮੈਂ। ਇਟ ਮੀਨਸ ਆਪਾਂ ਨੇ 9th ਕਲਾਸ 'ਚ ਪੜ੍ਹਿਆ ਹੋਇਆ ਸੀਗਾ ਵੀ ਆਹ ਵਾਲੀ ਵੈਲਿਊ, ਇਹਨੂੰ ਆਪਾਂ ਕਿੰਨਾ ਲਿਖਦੇ ਹਾਂ 3.9 ਤੇ ਬਾਹਰ, ਇਹਨੂੰ ਕਿੰਨਾ ਲਿਖਦੇ ਹਾਂ 3.42 ਤੇ ਇਹਨੂੰ ਕਿੰਨਾ ਲਿਖੂੰਗਾ 777 ਦੇ ਉੱਪਰ ਬਾਹਰ। ਠੀਕ ਹੈ, ਆਪਾਂ ਨੇ ਪੜ੍ਹਿਆ ਹੋਇਆ ਸੀ ਵੀ ਇਹ ਰਿਪੀਟੇਸ਼ਨ ਪਾਵਰ ਵਾਲੇ ਨੰਬਰ ਹੁੰਦੇ ਆ। ਠੀਕ ਹੈ, ਪਰ ਇੱਕ ਆਪਾਂ ਨੇ ਇੱਦਾਂ ਦੇ ਨੰਬਰ ਪੜ੍ਹਿਆ, ਜੇ ਮੈਂ ਲਿਖਦਾ √2, ਠੀਕ ਹੈ, √3, √5, √7, √11, √13, √17, √23, ਜਾਂ ਮੈਂ ਕਹਿਦਾ ਸਿੱਧੀ ਗੱਲ ਵੀ ਪ੍ਰਾਈਮ ਨੰਬਰ ਦਾ ਰੂਟ ਤੇ ਪਾਈ। ਠੀਕ ਹੈ, ਇਹ ਐਦਾਂ ਦੇ ਨੰਬਰ ਹੁੰਦੇ ਆ ਜਿਹੜੇ ਦੀ ਵੈਲਿਊ ਰਿਪੀਟਿੰਗ ਨਹੀਂ ਹੁੰਦੀ ਡੈਸੀਮਲ 'ਚ। ਡਿਵਾਈਡ ਤਾਂ ਦੋਨਾਂ ਦੀ ਹੀ ਪੋਸੀਬਲ ਨਹੀਂ, ਇਹਦੀ ਵੀ ਵੈਲਿਊ ਕੀ ਆ ਰਿਪੀਟਿੰਗ ਹੀ ਨਹੀਂ ਹੋਣੀ। ਕਿਉਂਕਿ ਇਹਦੀ ਵੈਲਿਊ ਤਾਂ ਬਿਲਕੁਲ ਸੇਮ ਨੰਬਰ ਰਿਪੀਟ ਕਰਦਾ, ਇਹਦੇ ਵਿੱਚ ਕੋਈ ਵੀ ਨੰਬਰ ਸੇਮ ਰਿਪੀਟ ਨਹੀਂ ਕਰਦਾ ਹੁੰਦਾ। ਠੀਕ ਹੈ, ਸੇਮ ਨਹੀਂ ਰਿਪੀਟ ਕਰਦਾ ਹੁੰਦਾ, ਇੱਕੋ ਸੀਕੁਐਂਸ 'ਚ ਨਹੀਂ ਚੱਲਦੇ ਹੁੰਦੇ ਨੰਬਰ। ਠੀਕ ਹੈ,
मतलब कि ऐदा सीक्वेंस च नहीं बननगे ਇਹਦੇ ਵਿੱਚ ਨੰਬਰ ਤਾਂ ਉਹ ਸਾਰੇ ਨੰਬਰ ਆ ਜਾਂਦੇ ਆ ਜਿਹੜੇ ਪ੍ਰਾਈਮ ਨੰਬਰ ਦੇ ਉੱਤੇ ਸਕੁਅਰ ਰੂਟ ਆ ਜਾਂਦੇ ਆ ਕਿਉਂਕਿ ਆਦਰ ਨੰਬਰ ਲੈ ਕੇ ਚੱਲੋ ਤੁਸੀਂ ਜੇ ਮੈਂ ਤੁਹਾਨੂੰ ਕਹਾਂ 4 ਹੈ 4 ਦਾ ਜੇ ਤੁਸੀਂ ਸਕੁਅਰ ਰੂਟ ਲੈ ਕੇ ਚੱਲੋਗੇ ਤਾਂ ਆਲਵੇਜ਼ 2 ਹੁੰਦਾ ਪਰ ਜੇ 2 ਦਾ ਸਕੁਅਰ ਰੂਟ ਕੱਢਾਂਗੇ ਤਾਂ ਇਹਦੀ ਵੈਲਿਊ 1.414 ਅਪ ਟੂ ਹੋ ਜਾਂਦੀ ਹੈ ਸਿਮਿਲਰਲੀ ਰਿਪੀਟੇਸ਼ਨ ਨਹੀਂ ਹੁੰਦੀ ਵੀ ਜਿਵੇਂ 999 ਰਿਪੀਟੇਸ਼ਨ ਹੋ ਗਿਆ ठीक है उमें जो तुम √3 की वैल्यू लैके चलोगे तो वही वैल्यू कितनी होंगी है 1.72 रिपीटेशन ठीक है तो प्राइम नंबर वो नंबर होंगे जिन्हों के एग्जैक्टली 2 फैक्टर होंगे कहने का मतलब ये है कि वो खुद के टेबल से ही जाऊगा जिमें कि मैं लिख ला जिमें कि अपने लिखा देखो 11 लिखा ये मैंने 9 नहीं लिखा क्यों क्योंकि 9 जो लिख के देखोगे तो कितना होगा देखो 9 लिख के देखो तुम तो आप 9 किमें लिखांगे और लिखता ना चलो मैं देखो 9 है 9 प्राइम फैक्टर है क्योंकि ये 1 ते भी जाता है 3 ते भी जाता है 9 ते भी जाता है तो 3 फैक्टर आ गए तो 3 फैक्टर वाला प्राइम नंबर नहीं होंगे ठीक है ना क्योंकि 11 तो 11 के टेबल से ही जाऊगा तो यानी कि वो नंबर जोड़े प्राइम नंबर होंगे उन्होंने रूट वो नॉन रिपीटिंग नंबर होंगे सारे के सारे तो पाई की वैल्यू भी नहीं पता आपको क्योंकि ये अनलिमिटेड वैल्यू आ पाई की वैल्यू लिखोगे तो कितनी होंगी है 3.14 अप टू कोई वैल्यू का आइडिया ही नहीं भी कितने तक जाऊगी ये वैल्यू ठीक है तो हुण इन्हां दे नाम लिखे हुए है भी किहड़ा नंबर की है हुण आपां नैचुरल नंबर होल नंबर इंटीजर पढ़ लिया पर आपां ने की पढ़ना हुण देखो जे इहदा डिटरमिनेंट 0 आ गया मैं तुहानूं कहा सी 3 नूं 2 ते डिवाइड कीता तां ये एक की बनी सी फ्रैक्शन बनी है इट मीन डिवाइड तो पॉसीबल है फ्रैक्शन बनी है फ्रैक्शन नूं आपां की लिख सकते हैं P/Q P/Q क्यों कदे भी 0 नहीं होंदा क्योंकि जे थल्ले ही डिनोमीनेटर 0 हो गया फिर तो अनडिफाइंड हो गया नंबर इट मीनस P/Q नंबर की है एक फ्रैक्शन वाले नंबर की बोलते हैं आप रैशनल नंबर बोलते हैं फ्रैक्शन वाले नंबर को हमेशा की बोलांगे रैशनल नंबर बोलांगे तो हमेशा ही जोड़ा आ नंबर है आ वाला नंबर टर्मिनेटिंग नंबर हमेशा किहड़ा नंबर होंदा है ये रैशनल नंबर होंदा है जिन्हों क्यों नाल रिप्रजेंट करते हैं जे रैशनल है तो 9th क्लास ये भी पढ़िया सी कि इसनों भी आप P/Q फॉर्म बना सकते हैं इसनों भी की बना सकते आप P/Q फॉर्म बना सकते हैं हुण ये P/Q फॉर्म बनाई हुई अपने 9th क्लास के विच तो हुण इहनूं आपां P/Q फॉर्म च लिख सकते हैं तो ये नंबर भी किहड़ा हो जाऊगा आ नंबर भी सारे की हो जाएंगे जिहड़े आ वाले लिखे सारे के सारे ये भी की हो जाएंगे रैशनल ही होणगे इनू भी P/Q फॉर्म च मैं लिख सकदा इन्हों भी P/Q फॉर्म च लिखूँगा तो आ डेसीमल टर्मीनेटिंग नंबर होगा जिहदी डिवाइड पॉसीबल आ वो भी रैशनल हो अते नॉन टर्मीनेटिंग जिहदी डिवाइड पॉसीबल ही नहीं हैगी पर वो की करूँगा रिपीटिंग वो डेसीमल है जो वो रिपीटिंग करन लग जाता है रिपीटिंग का मतलब की है डेसीमल रिपीट कर रहा उरे तो डेसीमल देखो रिपीट कर रहा पर इनू भी P/Q फॉर्म च बना सकते हैं 9th क्लास च पढ़िया होया है तो ये दोनों वैल्यूआं की हो जाएगी रैशनल नंबर हो जू जोड़ा एक बच गया वाली कैटागरी का नंबर बच गया ठीक है तो इनू की बोलांगे आपां इनू इररैशनल नंबर बोलांगे एक कैटागरी बची सी तो इनू की बोलांगे इररैशनल नंबर इररैशनल नंबर तो यही अपने इररैशनल नंबर होंगे हरेक प्राइम नंबर का जो कोई स्केयर रूट पा दिए वो इररैशनल नंबर होंगे तो इररैशनल नंबर की डेफिनेशन देवांगे भी नॉन टर्मीनेटिंग नंबर होंगे पहली गल तो डेसीमल तो होंगे नॉन टर्मीनेटिंग होंगे पर वो डेसीमल की फॉर्म रिपीटेशन नहीं होंगी तो वो इररैशनल होंगे रैशनल वो होंगे नॉन टर्मीनेटिंग होंगे पर उन्होंने जो डेसीमल की वैल्यू होंगी रिपीटेशन होंगी है तो इन्ना गल याद रखनी है टर्मीनेटिंग 2 ते 5 का फैक्टर बनता है ये 2 ते 5 का फैक्टर डिनोमीनेटर च नहीं बनता तो सारे नंबर जो नैचुरल नंबर होल नंबर आ गए रैशनल नंबर आ गए इररैशनल नंबर आ गए रैशनल नंबर आप बाहर कैटागरी च रख के देखिए जी नैचुरल नंबर होल नंबर रैशनल नंबर तक की आ गया सारे नंबर की हो जाते हैं अपने रियल नंबर बन जाते हैं ठीक है तो सारे नंबरों की बोलते हैं आप रियल नंबर बोलते हैं पहला किहड़ा नंबर आ जाता अपने कोले पहला किहड़ा आ जाता है नैचुरल नंबर फिर होल नंबर फिर रैशनल फिर एक ही आ गया रियल नंबर बन जाता है सारे ठीक है तो ये अपना नंबर सिस्टम से जो आपने समझिया इररैशनल सिर्फ एको ही नंबर होणगे ये याद रखना है ये रिपीटेशन वाले रैशनल होणगे P/Q फॉर्म च लिखिया मैं देखो रैशनल नंबर आ दोनों किहड़े नंबर ने रैशनल नंबर है याद रखना है कल्ला ही एक इररैशनल नंबर होंदा है
ठीक है। तो थोने नंबर सिस्टम बारे इन्नी गल याद रखनी है भी किहड़े किहड़े नंबरस ने, किहड़े किहड़े की नंबरस ने, तो इन्हां दी पहचान तुहानूं पता है। आ PYQ फॉर्म आपां 9th क्लास च बनाई हुई है। तो इस दे विच की आपां सिर्फ नंबर सिस्टम बारे पढ़ना सी कि नंबर की हुंदा है। इस तो बाद आपां जावांगे यूक्लिड लैमडे दे उत्ते, ठीक है, भी यूक्लिड लैमडा की हुंदा है। तो हुण तुहानूं पता लग गया होगा इस बारे भी किहड़े किहड़े नंबरस होंदे हैं। तो इन्हें तुहानूं याद रखने भी किहड़े होंदे हैं। जिन्ने भी प्राइम नंबर होणगे मतलब अपने ही टेबल ते जांदे उन्हां उपर स्केयर रूट पै गया तो उहदे उत्ते इरैशनल लिखना है। कि लिखना है? इरैशनल नंबर लिखना है। तो उन्होंने कहते कि ने नॉन रिपीटेशन। और दूजे होणगे जिहड़े ये रैशनल होणगे, आ भी की होणगे रैशनल नंबर होणगे, ठीक है। तो ये थोड़े इन्नी की गल याद रखनी है। सो आपां नैक्सट है जो इसका पार्ट वो आपां नैक्सट वीडियो में करांगे थोड़े जे सम ते यूक्लिड लैमडा बारे, ठीक है। धन्यवाद।